ਮਸੀਹ ਵਿੱਚ ਸਾਰੇ ਹੀ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ MCK। ਔਰ ਅਸੀਂ ਇੱਕ ਵਾਰ ਫਿਰ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਜਿਸ ਖੁਦਾ ਨੇ ਕਾਫੀ ਸਮੇਂ ਤੋਂ ਅਸੀਂ ਵੀਡੀਓ ਨਹੀਂ ਬਣਾ ਪਾ ਰਹੇ ਸੀ, ਅਤੇ ਔਰ ਅੱਜ ਇਹ ਮੌਕਾ ਬਖਸ਼ਿਆ ਕਿ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਔਰ ਜੋ ਅਸੀਂ ਸਿੱਖ ਰਹੇ ਹਾਂ ਉਹਦੇ ਵਿੱਚੋਂ ਅਸੀਂ ਸਿੱਖ ਸਕੀਏ। ਔਰ ਉਹਨਾਂ ਸਾਰੀਆਂ ਗੱਲਾਂ ਦੇ ਲਈ ਅਸੀਂ ਖੁਦਾ ਦਾ ਧੰਨਵਾਦ ਕਰਨਾ ਚਾਹਾਂਗੇ। ਜੋ ਅੱਜ ਅਸੀਂ ਸਿੱਖਾਂਗੇ, ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਆਉਣ ਵਾਲੇ ਵੀਡੀਓ ਦੇ ਵਿੱਚ ਜੋ ਅਸੀਂ ਯਹੂਨਾ ਦੀਆਂ 3 ਪੱਤਰੀਆਂ ਦੇ ਵਿੱਚੋਂ ਸਿੱਖਦੇ ਪਏ ਹਾਂ। ਪਹਿਲੇ ਯਹੂਨਾ ਦੀ ਪੱਤਰੀ ਜੋ ਅਸੀਂ ਉਸਦੀ ਜਾਣਕਾਰੀ ਜਾਣੀ ਕਿ ਇੰਟਰੋਡਕਸ਼ਨ ਬਾਰੇ ਪੜ੍ਹ ਕੇ ਹਟੇ ਹਾਂ, ਔਰ ਉਹਦੇ ਵਿੱਚੋਂ ਜੋ ਬਾਕੀ ਦਾ ਬਚਦਾ ਹਿੱਸਾ ਜਿਹਨੂੰ ਅਸੀਂ ਅੱਜ ਰਿਕਵਰ ਕਰ ਲਵਾਂਗੇ ਤਾਂ ਕਿ ਅਸੀਂ ਜਦੋਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਬੁੱਕ ਆਫ ਜੌਨ ਦੇ ਵਿੱਚੋਂ ਪਹਿਲੇ ਯਹੂਨਾ ਦੀ ਪੱਤਰੀ ਦੇ ਵਿੱਚੋਂ ਅਸੀਂ ਸਿੱਖ ਸਕੀਏ। ਅੱਜ ਜਦੋਂ ਅਸੀਂ ਪੜ੍ਹਨ ਤੋਂ ਪਹਿਲਾਂ ਔਰ ਪਰਮੇਸ਼ਰ ਦੇ ਵਚਨ ਉੱਤੇ ਧਿਆਨ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਅਸੀਂ ਇੱਕ ਛੋਟੀ ਜਿਹੀ ਪ੍ਰਾਰਥਨਾ ਕਰ ਲਈਏ। ਆਈਏ ਅਸੀਂ ਅੱਖਾਂ ਨੂੰ ਬੰਦ ਕਰ ਲਵਾਂਗੇ। ਧੰਨਵਾਦ ਪਿਆਰੇ ਖੁਦਾਵੰਦ ਪਰਮੇਸ਼ਰ ਪ੍ਰਭੂ ਜੀ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਖੁਦਾ ਕਿ ਤੁਸੀਂ ਸਾਡੇ ਪਾਪੀ ਹੋਣ ਦੇ ਬਾਵਜੂਦ ਵੀ ਪ੍ਰੇਮ ਕਰਦੇ ਹੋ ਔਰ ਸਾਨੂੰ ਹਰ ਵੇਲੇ ਖੁਦਾ ਇੱਕ ਅੱਛੀ ਸਿਹਤ ਦੇ ਕੇ ਆਪਣੀ ਮਹਿਮਾ ਲਈ ਇਸਤੇਮਾਲ ਕਰਦੇ ਖੁਦਾ। ਅੱਜ ਫੇਰ ਖੁਦਾ ਇੱਕ ਨਵੀਂ ਵੀਡੀਓ ਦੇ ਵਿੱਚ ਪ੍ਰਭੂ ਅਸੀਂ ਤੁਹਾਡੇ ਵਚਨ ਉੱਤੇ ਧਿਆਨ ਕਰਨ ਜਾ ਰਹੇ ਹਾਂ ਖੁਦਾ। ਹੋਣ ਦਿਓ ਖੁਦਾ ਕਿ ਅਸੀਂ ਤੁਹਾਡੇ ਵਚਨ ਦੀਆਂ ਉਹਨਾਂ ਗੱਲਾਂ ਨੂੰ ਸਿੱਖ ਸਕੀਏ ਜਿਨ੍ਹਾਂ ਤੱਕ ਅਸੀਂ ਅਣਜਾਣ ਹਾਂ ਪਰਮੇਸ਼ਰ ਪਿਤਾ ਪ੍ਰਭੂ ਜੀ। ਪ੍ਰਭੂ ਹੋਣ ਦਿਓ ਖੁਦਾ ਕਿ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖਣ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਬਰਕਤ ਪਾਉਣ ਪਰਮੇਸ਼ਰ ਪ੍ਰਭੂ। ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਇਹ ਪ੍ਰਾਰਥਨਾ ਨੂੰ ਸੁਣਨ ਦੇ ਲਈ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਹੁਣ ਜੋ ਅਸੀਂ ਪਹਿਲੇ ਯਹੂਨਾ ਦੀ ਪੱਤਰੀ ਉਸ ਦੇ ਜੋ ਬਾਕੀ ਦਾ ਬਚਦਾ ਹੋਇਆ ਹਿੱਸਾ ਹੈ ਜਿਹਦੇ ਵਿੱਚੋਂ ਅਸੀਂ ਸਿੱਖਣਾ ਹੈ, ਜੋ ਗੱਲਾਂ ਕਰਦੇ ਪਏ ਸੀ ਕਿ ਪਹਿਲੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਹਾਈਲਾਈਟ ਕਰ ਦੇਵਾਂ ਔਰ ਤੁਹਾਨੂੰ ਯਾਦ ਦਿਲਾ ਦੇਵਾਂ ਕਿ ਜੋ ਅਸੀਂ ਪਿਛਲੇ ਹਫਤੇ ਪੜ੍ਹ ਕੇ ਹਟੇ ਹਾਂ, ਜੋ ਪਿਛਲੀ ਵੀਡੀਓ ਦੇ ਵਿੱਚ ਅਸੀਂ ਪੜ੍ਹਿਆ ਹੈ ਉਹ ਇਹ ਹੈ ਕਿ ਪਹਿਲਾ ਨੰਬਰ ਅਸੀਂ ਔਥਰ ਦੇ ਬਾਰੇ ਪੜ੍ਹਿਆ ਕਿ ਇਸ ਲਿਖਣ ਵਾਲਾ ਯਹੂਨਾ ਦੀਆਂ ਪੱਤਰੀਆਂ ਨੂੰ ਯਹੂਨਾ ਹੀ ਜੋ ਇਸ ਪੱਤਰੀਆਂ ਨੂੰ ਲਿਖਦਾ। ਫਿਰ ਦੂਸਰਾ ਜੋ ਅਸੀਂ ਪੜ੍ਹ ਕੇ ਹਟੇ ਹਾਂ ਕਿ ਯਹੂਨਾ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਕਿਤਾਬਾਂ ਹੈ, ਯਹੂਨਾ ਦੀ ਜੋ ਲਿਖਾਵਟ ਹੈ ਉਹ ਕਿਹੜੀਆਂ ਚੀਜ਼ਾਂ ਨੂੰ ਐਮਫਾਸਾਈਜ਼ ਕਰਦੀ ਹੈ, ਕਿਹੜੀਆਂ ਚੀਜ਼ਾਂ ਬਾਰੇ ਦੱਸਦੀ ਹੈ। ਫਿਰ ਅਸੀਂ ਗੋਸਪਲ ਜੌਨ ਜੋ 3 ਭਾਗਾਂ ਦੇ ਵਿੱਚ ਤੁਹਾਨੂੰ ਵੰਡ ਕੇ ਦੱਸਿਆ ਹੈ, 3 ਭਾਗਾਂ ਦੇ ਵਿੱਚ ਅਸੀਂ ਡਿਵਾਈਡ ਕਰਕੇ ਉਹਨਾਂ ਬਾਰੇ ਧਿਆਨ ਕੀਤਾ ਹੈ। ਔਰ ਫਿਰ ਦੱਸਿਆ ਹੈ ਕਿ ਯਹੂਨਾ ਕੌਣ ਸੀ, ਉਹਦੇ ਬਾਰੇ ਵੀ ਅਸੀਂ ਧਿਆਨ ਕੀਤਾ ਹੈ। ਔਰ ਫਿਰ ਅੱਜ ਜੋ ਅਸੀਂ ਪੜ੍ਹਨਾ ਹੈ ਉਹ ਇਹ ਹੈ ਕਿ ਇਹ ਯਹੂਨਾ ਦੀ ਪੱਤਰੀ ਲਿਖੀ ਕਿਹਨੂੰ ਗਈ ਸੀ। ਔਰ ਮੈਂ ਤੁਹਾਨੂੰ ਯਾਦ ਦਿਲਾਵਾਂ, ਅਗਰ ਜੇ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ ਜਾਂ ਗਿਆਨ ਕਰਦੇ ਹੋ ਬਾਈਬਲ ਦੇ ਵਿੱਚ, ਔਰ ਤੁਸੀਂ ਹੋ ਸਕਦਾ ਹੈ ਯਾਕੂਬ ਦੀ ਪੱਤਰੀ ਨੂੰ ਪੜ੍ਹਿਆ ਹੋਵੇ, ਯਾਕੂਬ ਦੀ ਪੱਤਰੀ ਤੋਂ ਲੈ ਕੇ ਯਹੂਨਾ ਦੀਆਂ 3 ਪੱਤਰੀਆਂ ਤੱਕ ਜਦੋਂ ਅਸੀਂ ਇਹਨਾਂ ਨੂੰ ਇੱਕ ਡਿਵਾਈਡ ਕਰ ਦਿੰਦੇ ਹਾਂ, ਡਿਵੀਜ਼ਨ ਦੇ ਵਿੱਚ ਵੰਡ ਦਿੰਦੇ ਹਾਂ, ਤਾਂ ਇਹਨਾਂ ਨੂੰ ਅਸੀਂ ਜਨਰਲ ਅਪਿਸਟਲ ਕਰਕੇ ਬੋਲਦੇ ਹਾਂ, ਇੱਕ ਸਧਾਰਨ ਪੱਤਰੀਆਂ ਕਰਕੇ ਬੋਲਦੇ ਹਾਂ। ਔਰ ਇਹ ਕਿਹਨਾਂ ਦੇ ਲਈ ਲਿਖੀਆਂ ਗਈਆਂ? ਇਹ ਸਾਰੀਆਂ ਪੱਤਰੀਆਂ ਉਹਨਾਂ ਦੇ ਲਈ ਲਿਖੀਆਂ ਗਈਆਂ ਕਿਉਂਕਿ ਜਦੋਂ 1st ਸੈਂਚੁਰੀ ਦੇ ਵਿੱਚ ਪਹਿਲੀ ਈਸਵੀ ਦੇ ਵਿੱਚ ਜਦੋਂ ਕਲੀਸਿਆ ਸਥਾਪਿਤ ਕੀਤੀ ਗਈ ਔਰ ਬਹੁਤ ਰੋਮਨ ਸਾਮਰਾਜ ਦੇ ਦੁਆਰਾ ਕਲੀਸਿਆ ਨੂੰ ਸਤਾਇਆ ਗਿਆ, ਕਲੀਸਿਆ ਤੇ ਪਰਸੀਕਿਊਟ ਕੀਤਾ ਗਿਆ, ਕਲੀਸਿਆ ਨੂੰ ਮਾਰਿਆ ਗਿਆ। ਔਰ ਉਸ ਕਲੀਸਿਆ ਜੋ 12 ਗੋਤਰਾਂ ਦੇ ਵਿੱਚੋਂ ਕਲੀਸਿਆ ਸਥਾਪਿਤ ਕੀਤੀਆਂ ਗਈਆਂ, ਉਹ ਕਲੀਸਿਆ ਦੁਨੀਆ ਦੇ ਵਿੱਚ ਫੈਲ ਗਈਆਂ, ਏਸ਼ੀਆ ਮਾਈਨਰ ਦੇ ਵਿੱਚ ਆ ਗਈਆਂ। ਔਰ ਉਹਨਾਂ ਕਲੀਸਿਆ ਨੂੰ ਇਹ ਪੱਤਰੀ ਜੋ ਯਹੂਨਾ ਦੀ ਅਸੀਂ ਪੜ੍ਹ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਜਨਰਲ ਅਪਿਸਟਲ ਕਰਕੇ ਬੋਲਦੇ ਹਾਂ, ਉਹ ਪੱਤਰੀਆਂ ਲਿਖੀਆਂ ਗਈਆਂ। ਔਰ ਅੱਜ ਜੋ ਅਸੀਂ ਧਿਆਨ ਕਰਨਾ ਹੈ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਫਿਰ ਦੱਸਣ ਜਾ ਰਿਹਾ, ਦਾ ਪਰਪਸ। ਇੰਟਰੋਡਕਸ਼ਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਦਾ ਪਰਪਸ ਆਫ ਦਾ ਬੁੱਕ। ਇਸ ਬੁੱਕ ਨੂੰ ਲਿਖਣ ਦਾ ਮਕਸਦ ਕੀ ਸੀ, ਇਸ ਦਾ ਕੀ ਕਾਰਨ ਸਨ ਕਿ ਪਹਿਲਾ ਯਹੂਨਾ ਦੀ ਪੱਤਰੀ ਲਿਖਣੀ ਪਈ। ਕੀ ਕਾਰਨ ਸੀਗਾ ਕਿ ਪਹਿਲੇ ਯਹੂਨਾ ਦੀ ਪੱਤਰੀ ਨੂੰ ਯਹੂਨਾ ਪਰਮੇਸ਼ਵਰ ਆਪਣੇ ਪੁੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਲਿਖਣ ਲਈ ਦਿੰਦਾ ਹੈ? ਕੀ ਜ਼ਰੂਰਤ ਸੀ, ਉਹ ਅੱਜ ਅਸੀਂ ਇਸ ਪਰਪਸ ਦੇ ਵਿੱਚੋਂ ਧਿਆਨ ਕਰ ਲਵਾਂਗੇ। ਪਹਿਲੀ ਗੱਲ, ਜਦੋਂ ਅਸੀਂ ਇਸ ਪਰਪਸ ਨੂੰ ਪੜ੍ਹਾਂਗੇ ਇਹਦੇ ਵਿੱਚ ਮੈਂ ਤੁਹਾਡੇ ਸਾਹਮਣੇ 5 ਗੱਲਾਂ ਹੈ ਜੋ ਇਸ ਪਰਪਸ ਦੇ ਵਿੱਚੋਂ ਲੈ ਕੇ ਆਇਆ। ਉਹਨਾਂ 5 ਗੱਲਾਂ ਬਾਰੇ ਅਸੀਂ ਧਿਆਨ ਕਰਾਂਗੇ ਕਿ ਕਿਹੜੀਆਂ। ਜਦੋਂ ਅਸੀਂ ਪਹਿਲੇ ਅਧਿਆਇ ਦੇ ਵਿੱਚ ਧਿਆਨ ਕਰਾਂਗੇ ਤੁਹਾਨੂੰ ਫੈਲੋਸ਼ਿਪ ਦੇ ਬਾਰੇ ਮਿਲੇਗਾ। ਕੀ ਹੈ ਕਿ ਇਹ ਪੱਤਰੀ ਕਿਉਂ ਲਿਖੀ ਗਈ? ਕਿਉਂਕਿ ਇਹ ਲੋਕ ਜਿਹੜੇ ਪਰਸੀਕਿਊਸ਼ਨ ਕਰਕੇ, ਜਿਹੜੇ ਸਤਾਵ ਕਰਕੇ ਕਲੀਸਿਆ ਫੈਲੀਆਂ ਹੋਈਆਂ ਹੈ, ਉਹਨਾਂ ਕਲੀਸਿਆ ਨੂੰ ਕਿ ਤਾਂ ਕਿ ਉਹ ਇੱਕ ਦੂਸਰੇ ਦੇ ਨਾਲ ਸੰਗਤੀ ਬਣਾ ਕੇ ਰੱਖ ਸਕਣ। ਇਹ ਪੱਤਰੀ ਕਿਉਂ ਲਿਖੀ ਗਈ? ਦੈਟ
ਦੇ ਮਾਈ ਹੈਵ ਫੈਲੋਸ਼ਿਪ, ਤਾਂ ਕਿ ਉਹ ਇੱਕ ਦੂਸਰੇ ਨਾਲ ਸੰਗਤੀ ਦੇ ਵਿੱਚ ਰਹਿ ਸਕਣ, ਮਿਲ ਜੁਲ ਕੇ ਰਹਿ ਸਕਣ। ਜਦੋਂ ਅਸੀਂ ਪਹਿਲੇ ਯਹੋਨਾ ਦੀ ਪਹਿਲੀ ਤੇ 4 ਐਤ ਨੂੰ ਪੜ੍ਹਦੇ ਹਾਂ, ਫਿਰ ਉੱਥੇ ਸਾਨੂੰ ਦੇਖਣ ਲਈ ਮਿਲਦਾ ਹੈ ਤਾਂ ਕਿ ਕਿਉਂ ਲਿਖੀ ਗਈ, ਤਾਂ ਕਿ ਉਹਨਾਂ ਪਰਸੀਕਿਊਸ਼ਨ ਦੇ ਕਰਕੇ ਦੁੱਖ ਨਹੀਂ ਸਗੋਂ ਖੁਸ਼ੀ ਮਨਾ ਸਕਣ, ਖੁਸ਼ੀ ਮਨਾ ਸਕਣ, ਜਿਹਨੂੰ ਅਸੀਂ ਆਨੰਦ ਬੋਲਦੇ ਹਾਂ, ਆਨੰਦ ਮਨਾ ਸਕਣ। ਫਿਰ ਇਹ ਪੱਤਰੀ ਕਿਉਂ ਨਾ ਲਿਖੀ ਗਈ, ਜਦੋਂ ਅਸੀਂ 2 ਅਧਿਆਇ ਨੂੰ ਪੜ੍ਹਾਂਗੇ ਉਸ ਦੀ 1 ਤੋਂ ਲੈ ਕੇ ਪਹਿਲੀ ਆਇਤ ਦੇ ਵਿੱਚ ਲਿਖਿਆ ਹੈ ਤਾਂ ਕਿ ਉਹ ਪਾਪ ਤੋਂ ਦੂਰ ਰਹਿ ਸਕਣ, ਪਾਪ ਤੋਂ ਦੂਰ ਰਹਿ ਸਕਣ, that they might be live without sin, ਤਾਂ ਕਿ ਉਹ ਪਾਪ ਤੋਂ ਦੂਰ ਰਹਿ ਕੇ ਪਰਮੇਸ਼ਵਰ ਦੇ ਕੰਮ ਦੇ ਵਿੱਚ ਵੱਧ ਸਕਣ। ਚੌਥਾ, that they might overcome error, ਤਾਂ ਕਿ ਉਹ ਉਹਨਾਂ ਸਾਰੀਆਂ ਟੈਂਪਟੇਸ਼ਨ ਦੇ ਵਿੱਚੋਂ ਬਾਹਰ ਆ ਸਕਣ। ਟੈਂਪਟੇਸ਼ਨ ਅਸੀਂ ਬੋਲਦੇ ਹਾਂ ਪਰਤਾਵੇ ਨੂੰ, ਪ੍ਰੀਖਿਆ ਨੂੰ, ਉਹਨਾਂ ਸਾਰੇ ਪਰਤਾਵਿਆਂ ਦੇ ਵਿੱਚੋਂ ਉਹ ਬਾਹਰ ਆ ਸਕਣ। ਪੰਜਵਾਂ, ਜਦੋਂ ਅਸੀਂ 5 ਅਧਿਆਇ ਦੀ 13 ਆਇਤ ਦੇ ਵਿੱਚ ਪੜ੍ਹਦੇ ਹਾਂ, ਔਰ ਜਦੋਂ ਸਾਰਾ 5 ਅਧਿਆਇ ਪੜ੍ਹਦੇ ਹਾਂ ਉਹ ਸਾਡੇ ਅਸ਼ੋਰੈਂਸ ਦੇ ਬਾਰੇ ਦੱਸਦਾ ਹੈ ਕਿ ਅਸੀਂ ਯਿਸੂ ਮਸੀਹ ਦੇ ਵਿੱਚ ਸਿਕਿਉਰ ਹਾਂ, ਅਸੀਂ ਯਿਸੂ ਮਸੀਹ ਦੇ ਵਿੱਚ ਇੱਕ, ਕਿਉਂਕਿ ਜਦੋਂ ਅਸੀਂ ਯਿਸੂ ਮਸੀਹ 'ਚ ਵਿਸ਼ਵਾਸ ਕਰ ਲਿਆ, ਸਾਡਾ ਜੀਵਨ ਵਚਨ 'ਚ ਲਿਖਿਆ ਜਿਨ੍ਹਾਂ ਯਿਸੂ ਮਸੀਹ ਨੂੰ ਕਬੂਲ ਕੀਤਾ ਉਹਨਾਂ ਦੇ ਲਈ ਉਹ ਸਦਾ ਦਾ ਜੀਵਨ ਹੈ। ਅਸੀਂ ਸਦਾ ਦਾ ਜੀਵਨ ਪਾ ਲਿਆ, ਔਰ ਉਹ ਸਦਾ ਦੇ ਜੀਵਨ ਬਾਰੇ ਯਹੂਨਾ ਦੀ ਪੱਤਰੀ ਉਸਦਾ 5 ਅਧਿਆਇ ਸਾਨੂੰ ਦੱਸਦਾ ਹੈ। ਸੋ ਇਹ 5 ਕਾਰਨ ਸੀ ਕਿ ਜਿਹੜੀ ਯਹੂਨਾ ਦੀ ਪਹਿਲੀ ਪੱਤਰੀ ਕਲੀਸਿਆ ਨੂੰ ਲਿਖੀ ਗਈ। ਫਿਰ ਦੁਬਾਰਾ, ਤਾਂ ਕਿ ਉਹ ਲੋਕ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿ ਸਕਣ, ਸੰਗਤੀ ਦੇ ਵਿੱਚ ਰਹਿ ਸਕਣ। ਦੂਸਰਾ ਕਾਰਨ ਇਹ ਸੀਗਾ ਤਾਂ ਕਿ ਉਹ ਲੋਕ ਦੁਖੀ ਦੇ ਵਿੱਚ ਨਹੀਂ ਬਲਕਿ ਆਨੰਦ ਦੇ ਨਾਲ ਰਹਿ ਸਕਣ। ਤੀਸਰਾ ਕਾਰਨ ਇਹ ਸੀ ਤਾਂ ਕਿ ਉਹ ਸਾਰੇ ਪਾਪਾਂ ਨੂੰ ਛੱਡ ਸਕਣ। ਚੌਥਾ ਕਾਰਨ ਇਹ ਸੀ ਤਾਂ ਕਿ ਉਹ ਸਾਰੇ ਟੈਂਪਟੇਸ਼ਨ ਦੇ ਵਿੱਚੋਂ ਬਾਹਰ ਆ ਸਕਣ। ਪੰਜਵਾਂ ਕਾਰਨ ਇਹ ਸੀ ਤਾਂ ਕਿ ਉਹਨਾਂ ਨੂੰ ਜਿਹੜਾ ਸਦਾ ਵਾਲਾ ਜੀਵਨ ਮਿਲਿਆ ਹੋਇਆ ਹੈ ਉਸ ਦੇ ਬਾਰੇ ਉਹ ਜਾਣ ਸਕਣ। ਇਹ ਸੀ ਹੈ ਪਰਪਸ। ਤੇ ਜਿਹੜਾ ਅਸੀਂ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀਡੀਓ ਦੇ ਵਿੱਚ ਸ਼ੁਰੂ ਦੇ ਵਿੱਚ ਕਿ ਇਸ ਪੱਤਰੀ ਨੂੰ ਲਿਖਣ ਦਾ ਜੋ ਕਿਹਨੂੰ ਲਿਖੀ ਗਈ, ਜਿਹੜੇ ਲੋਕ 12 ਗੋਤਰਾਂ ਦੇ ਵਿੱਚੋਂ ਕਲੀਸਿਆ ਸਤਾਈਆਂ ਗਈਆਂ, ਉਹ ਆਪਣੇ ਘਰਾਂ ਨੂੰ ਛੱਡ ਕੇ ਦੂਸਰੀਆਂ ਜਗ੍ਹਾ 'ਤੇ ਚੱਲ ਗਏ, ਉਹਨਾਂ ਲੋਕਾਂ ਨੂੰ ਇਹ ਪੱਤਰੀਆਂ ਲਿਖੀਆਂ ਗਈਆਂ। ਹੁਣ ਇਸ ਦਾ ਪਰਪਸ ਕੀ ਸੀ, ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਕਿ ਪਰਪਸ, ਇਹਦਾ ਕਾਰਨ ਇਹ ਸੀਗਾ ਤਾਂ ਕਿ ਉਹ ਲੋਕ ਪ੍ਰਭੂ ਯਿਸੂ ਦੇ ਵਿੱਚ ਬਣੇ ਰਹਿ ਸਕਣ। ਸੋ ਅੱਜ ਜੋ ਹੁਣ ਅਸੀਂ ਸ਼ੁਰੂ ਕਰਾਂਗੇ ਦੇ ਪਹਿਲਾ ਅਧਿਆਇ ਦਾ ਐਪਿਸਟਲ ਜੌਨ। ਇੰਟਰੋਡਕਸ਼ਨ ਹੁਣ ਸਾਡੀ ਖਤਮ ਹੋ ਚੁੱਕੀ ਹੈ, ਇੰਟਰੋਡਕਸ਼ਨ ਨੂੰ ਅਸੀਂ ਖਤਮ ਕਰ ਦੇਵਾਂਗੇ। ਸੋ ਹੁਣ ਅਸੀਂ ਤਾਂ ਐਪਿਸਟਲ ਜੌਨ ਦੇ ਵਿੱਚੋਂ ਚੈਪਟਰ ਨੰਬਰ 1 ਇੱਕ ਅਧਿਆਇ ਯਹੂਨਾ ਦੀ ਪੱਤਰੀ ਉਸ ਦਾ 1 ਅਧਿਆਇ। ਸੋ ਤੁਸੀਂ, ਮੈਂ ਚਾਹਾਂਗਾ ਕਿ ਜਿੰਨਾ ਟਾਈਮ ਅਸੀਂ ਇਸ ਪੱਤਰੀ ਦੇ ਵਿੱਚੋਂ ਸਿੱਖ ਰਹੇ ਹਾਂ, ਸੋ ਐਟਲੀਸਟ ਲਗਭਗ 4 ਤੋਂ 5 ਵਾਰ ਤੁਸੀਂ ਇਸ ਪੱਤਰੀ ਨੂੰ ਪੜ੍ਹੋ, ਪਹਿਲੇ ਯਹੂਨਾ ਦੀ ਪੱਤਰੀ ਨੂੰ। ਜੇ ਤੁਸੀਂ ਸੱਚ ਵਚਨ ਨੂੰ ਜਾਣਨਾ ਚਾਹੁੰਦੇ ਹੋ, ਸੋ ਮੈਂ ਚਾਹਾਂਗਾ ਕਿ ਤੁਸੀਂ 4 ਤੋਂ 5 ਵਾਰ ਇਸ ਪੱਤਰੀ ਨੂੰ ਲਗਾਤਾਰ ਸਵੇਰੇ ਸ਼ਾਮ ਜਦੋਂ ਵੀ ਤੁਸੀਂ ਬਾਈਬਲ 'ਤੇ ਧਿਆਨ ਕਰਦੇ ਹੋ ਉਸ ਵੇਲੇ ਇਸ ਪੱਤਰੀਆਂ ਨੂੰ ਪੜ੍ਹੋ, ਤਾਂ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਉਹਨੂੰ ਧਿਆਨ ਵਿੱਚ ਲਿਆ ਸਕੋ ਔਰ ਤੁਸੀਂ ਉਹਨੂੰ ਆਪਣੇ ਘਰ ਬੈਠ ਕੇ ਉਸ ਦੇ ਵਿੱਚ ਧਿਆਨ ਕਰ ਸਕੋ ਔਰ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਉਸ ਦੇ ਬਾਰੇ ਇੱਕ ਦੂਸਰੇ ਨਾਲ ਤੋਲ ਸਕੋ। ਸੋ ਹੁਣ ਅਸੀਂ ਜੋ ਪਹਿਲਾ ਅਧਿਆਇ ਪੜ੍ਹਨਾ ਹੈ। ਸੋ ਜਦੋਂ ਮੈਂ ਪਰਪਸ ਦੱਸ ਕੇ ਹਟਿਆ ਸੀ, ਪਰਪਸ ਦੇ ਵਿੱਚ ਵੀ ਅਸੀਂ ਇਹ ਪੜ੍ਹ ਕੇ ਹਟਿਆ ਕਿ ਪਹਿਲਾ ਅਧਿਆਇ ਜੋ ਲਿਖਿਆ ਹੋਇਆ ਹੈ ਇਹ ਫੈਲੋਸ਼ਿਪ ਬਾਰੇ ਲਿਖਿਆ ਹੋਇਆ ਹੈ। ਪਹਿਲੇ ਅਧਿਆਇ ਦੀ ਜੋ ਮੇਨ ਗੱਲ ਕੀ ਹੈ, ਦਾ ਫੈਲੋਸ਼ਿਪ। ਮੇਨ ਟੌਪਿਕ ਔਰ ਜੋ ਮੇਨ ਵਿਸ਼ਾ ਹੈ ਇਸ ਇੱਕ ਅਧਿਆਇ ਨੂੰ ਲਿਖਣ ਦਾ, ਉਹ ਕੀ ਹੈ, ਦਾ ਫੈਲੋਸ਼ਿਪ। ਸੰਗਤੀ ਰੱਖਣਾ, ਮੇਲ ਜੋਲ ਰੱਖਣਾ। ਔਰ ਇਸ ਦੇ ਵੀ ਬਹੁਤ ਸਾਰੇ ਜਦੋਂ ਅਸੀਂ ਧਿਆਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਅੱਜ ਸਾਡੇ ਕੋਲੋਂ ਕਵਰ ਨਹੀਂ ਹੋਣਾ ਕਿ ਮੈਂ ਪੂਰਾ ਇੱਕ ਅਧਿਆਇ ਦੱਸ ਸਕਾਂ, ਕਿਉਂਕਿ ਅਸੀਂ ਪੂਰੀ ਡਿਟੇਲ ਦੇ ਵਿੱਚੋਂ ਸਿੱਖਾਂਗੇ ਕਿ ਪਰਮੇਸ਼ਵਰ ਦਾ ਵਚਨ ਔਰ ਰੂਟ ਮੀਨਿੰਗ ਇਸ ਦਾ ਕੀ ਦੱਸਦਾ ਹੈ। ਜਦੋਂ ਅਸੀਂ ਫੈਲੋਸ਼ਿਪ ਬਾਰੇ ਪੜ੍ਹਦੇ ਹਾਂ, ਫੈਲੋਸ਼ਿਪ ਜਿਹੜਾ
ਸ਼ਬਦ ਹੈ ਇੰਗਲਿਸ਼ ਦੇ ਵਿੱਚੋਂ, ਔਰ ਪੰਜਾਬੀ ਦੇ ਵਿੱਚ ਜਿਹੜਾ ਸ਼ਬਦ ਇਸਤੇਮਾਲ ਕੀਤਾ ਗਿਆ ਹੈ ਸੰਗਤੀ ਲਿਖਿਆ ਹੋਇਆ। ਮੈਂ ਤੁਹਾਨੂੰ ਦੱਸ ਦੇਵਾਂ, ਜਦੋਂ ਅਸੀਂ ਇਸ ਦੋਨਾਂ ਅਧਿਆਏ ਨੂੰ ਪੜ੍ਹੋਗੇ 1 ਤੇ 2, ਉਸ ਦੇ ਵਿੱਚ ਸਾਨੂੰ ਫੈਲੋਸ਼ਿਪ ਪੜ੍ਹਨ ਦੇ ਲਈ ਔਰ ਮੇਲ ਜੋਲ ਰੱਖਣ ਦੇ ਲਈ ਸਾਨੂੰ ਦੱਸਦਾ ਹੈ। ਔਰ ਜਦੋਂ ਫੈਲੋਸ਼ਿਪ ਬਾਰੇ ਪੜ੍ਹਾਂਗੇ, ਸ਼ਬਦ ਫੈਲੋਸ਼ਿਪ ਸੰਗਤੀ, ਇਹ ਸ਼ਬਦ ਹੈ ਕੀ ਹੈ? ਫੈਲੋਸ਼ਿਪ ਜੋ ਅਸੀਂ ਪੜ੍ਹਦੇ ਹਾਂ, ਫੈਲੋਸ਼ਿਪ ਹੈ ਕੀ ਹੈ? ਫੈਲੋਸ਼ਿਪ ਕੀ ਹੈ? ਸੋ ਜਦੋਂ ਅਸੀਂ ਇਸ ਸ਼ਬਦ ਦੇ ਬਾਰੇ ਧਿਆਨ ਕਰਾਂਗੇ, ਇਸ ਨੂੰ ਪੜ੍ਹਾਂਗੇ, ਸਟੱਡੀ ਕਰਾਂਗੇ, ਇਹ ਟਰਮ ਜੋ ਇੰਗਲਿਸ਼ ਦੇ ਵਿੱਚੋਂ ਲਿਆ ਗਿਆ ਹੈ, ਇਹ ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਔਰ ਬਾਈਬਲ ਜੋ ਲਿਖੀ ਗਈ ਹੈ ਗ੍ਰੀਕ ਭਾਸ਼ਾ ਦੇ ਵਿੱਚ ਲਿਖੀ ਗਈ, ਯੂਨਾਨੀ ਭਾਸ਼ਾ ਦੇ ਵਿੱਚ ਲਿਖੀ ਗਈ। ਜਿਹੜਾ ਨਵਾਂ ਨਿਯਮ ਹੈ, ਖਾਸ ਕਰਕੇ ਨਵਾਂ ਨਿਯਮ, ਇਹ ਯੂਨਾਨੀ ਭਾਸ਼ਾ ਦੇ ਵਿੱਚ ਲਿਖਿਆ ਗਿਆ। ਔਰ ਜਦੋਂ ਅਸੀਂ ਪੁਰਾਣੀ ਨਿਯਮ ਨੂੰ ਦੇਖਦੇ ਹਾਂ, ਪੁਰਾਣਾ ਨਿਯਮ ਇਬਰਾਨੀ ਭਾਸ਼ਾ ਤੇ ਅਰਾਮਿਕ ਭਾਸ਼ਾ ਦੇ ਵਿੱਚ ਕੁਝ ਜੋ ਹਿੱਸਾ ਹੈ, ਡੈਨੀਅਲ ਦੀਆਂ ਕਿਤਾਬਾਂ ਜੋ ਅਸੀਂ ਪੜ੍ਹਦੇ ਹਾਂ, ਉਹ ਕਿਤਾਬਾਂ ਜਿਹੜੀਆਂ ਹੈ ਉਹ ਅਰਾਮਿਕ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ। ਪਰ ਜਦੋਂ ਅਸੀਂ ਨਵੇਂ ਨਿਯਮ ਦੇ ਵਿੱਚ ਆ ਜਾਂਦੇ ਹਾਂ, ਨਵੇਂ ਨਿਯਮ ਨੂੰ ਪੜ੍ਹਦੇ ਹਾਂ, ਔਰ ਨਵੇਂ ਨਿਯਮ ਪੂਰਾ ਮੱਤੀ ਦੀ ਇੰਜੀਲ ਤੋਂ ਲੈ ਕੇ ਪ੍ਰਕਾਸ਼ ਵਾਕਿਆ ਤੱਕ, ਉਹ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀ ਗਈਆਂ ਹੈ ਇਹ ਯੂਨਾਨੀ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ। ਔਰ ਯੂਨਾਨੀ ਭਾਸ਼ਾ ਦੇ ਵਿੱਚੋਂ ਜੋ ਲਿਖੀਆਂ ਗਈਆਂ ਤੇ ਸਾਰੇ ਸ਼ਬਦ ਵੀ ਯੂਨਾਨੀ ਭਾਸ਼ਾ ਦੇ ਨੇ। ਜਿਹੜਾ ਫੈਲੋਸ਼ਿਪ ਇੰਗਲਿਸ਼ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ ਜਾਂ ਸੰਗਤੀ ਪੰਜਾਬੀ ਦੇ ਵਿੱਚ ਇਸਤੇਮਾਲ ਕੀਤਾ ਗਿਆ, ਪਰ ਅਸੀਂ ਧਿਆਨ ਕਰਾਂਗੇ ਕਿ ਗ੍ਰੀਕ ਦੇ ਵਿੱਚ ਇਸ ਦਾ ਕੀ ਇਸਤੇਮਾਲ ਹੈ। ਸੋ ਪਹਿਲਾ ਨੰਬਰ, the Greek word is used for the fellowship is koinonia. Koinonia, the Greek word, the Greek term is koinonia. Koinonia। और दूसरा ਜਿਹੜਾ ਸ਼ਬਦ ਹੈ koinonio, koinonio, पहला ये शब्द है, दूसरा koinonio, koinonio ਜਿਹੜਾ ਫੈਲੋਸ਼ਿਪ ਦੇ ਲਈ ਇਸਤੇਮਾਲ ਕੀਤਾ ਗਿਆ। ਔਰ ਇਹ ਫੈਲੋਸ਼ਿਪ ਜਿਹੜੀ ਅਸੀਂ ਪੜ੍ਹਦੇ ਹਾਂ, ਔਰ ਇਸ ਦੇ ਕੁਝ ਐਸੇ ਸ਼ਬਦ ਨੇ ਜਿਹੜੇ ਬਾਈਬਲ ਦੇ ਵਿੱਚ ਇਸਤੇਮਾਲ ਕੀਤੇ ਗਏ ਨੇ, ਨਵੇਂ ਨਿਯਮ ਦੇ ਵਿੱਚ, ਪੱਤਰੀਆਂ ਦੇ ਵਿੱਚ ਇਸਤੇਮਾਲ ਕੀਤੇ ਗਏ ਨੇ, ਔਰ ਉਹਨਾਂ ਨੂੰ ਕੁਝ ਦ ਰੂਟ ਵਰਡ ਇਜ਼ ਦ ਫੈਲੋਸ਼ਿਪ, ਜਿਹੜਾ ਮੁੱਖ ਸ਼ਬਦ ਹੈ, ਮੁੱਖ ਸ਼ਬਦ ਫੈਲੋਸ਼ਿਪ ਹੀ ਹੈ, ਮੁੱਖ ਸ਼ਬਦ ਜਿਹੜਾ ਸੰਗਤੀ ਹੀ ਹੈ, ਪਰ ਇਸ ਦੇ ਆਧਾਰ ਤੇ ਕੁਝ ਹੋਰ ਸ਼ਬਦ ਵੀ ਹੈ ਜਿਹੜੇ ਨਵੇਂ ਨਿਯਮ ਦੇ ਵਿੱਚ ਇਸਤੇਮਾਲ ਕੀਤੇ ਗਏ ਨੇ। ਸੋ ਉਹਨਾਂ ਬਾਰੇ ਵੀ ਅਸੀਂ ਥੋੜ੍ਹਾ ਜਿਹਾ ਧਿਆਨ ਕਰ ਲਵਾਂਗੇ, ਤਾਂ ਕਿ ਜਦੋਂ ਅਸੀਂ ਇਸ 1-2 ਅਧਿਆਏ ਨੂੰ ਪੜ੍ਹਾਂਗੇ ਤਾਂ ਇਸ ਦੇ ਵਿੱਚੋਂ ਅਸੀਂ ਅੱਛੀ ਰੀਤੀ ਦੇ ਨਾਲ ਸਮਝ ਸਕੀਏ। ਜਦੋਂ ਵੀ ਅਸੀਂ ਇਸ ਨਵੇਂ ਨਿਯਮ ਦੇ ਵਿੱਚੋਂ, ਚਾਹੇ ਅਸੀਂ ਰਸੂਲਾਂ ਦੇ ਕਿਰਤਾਬ ਪੜ੍ਹ ਰਹੇ ਹਾਂ, ਚਾਹੇ ਰੋਮੀਆਂ ਦੀ ਪੱਤਰੀ ਪੜ੍ਹਦੇ ਹਾਂ, ਚਾਹੇ ਪਹਿਲੇ ਕੁਰਿੰਥੀਆਂ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਕਿਹੜੀ ਮਰਜ਼ੀ ਕਿਤਾਬ ਪੜ੍ਹ ਰਹੇ ਹਾਂ, ਸੋ ਉਹਦੇ ਵਿੱਚੋਂ ਅਸੀਂ ਸਮਝ ਸਕੀਏ ਕਿ ਇਸ ਜਗ੍ਹਾ ਤੇ ਇਹ ਸ਼ਬਦ ਨੂੰ ਇਸਤੇਮਾਲ ਕੀਤਾ ਗਿਆ ਹੈ। ਸੋ ਆਈਏ ਅਸੀਂ ਦਾ ਕੁਝ ਐਕਟ ਆਫ ਫੈਲੋਸ਼ਿਪ ਜਿਹੜੇ ਅਸੀਂ ਪੜ੍ਹਦੇ ਹਾਂ, ਦਾ ਐਕਟ ਆਫ ਫੈਲੋਸ਼ਿਪ, ਦਾ act of fellowship, the act of fellowship। ਹੁਣ ਇਸ ਸੰਗਤੀ ਦੇ ਕੀ ਕੰਮ ਹੈ, ਕਿਹੜੇ ਵੱਖ ਸ਼ਬਦਾਂ ਦੇ ਵਿੱਚ ਇਸ ਨੂੰ ਲਿਖਿਆ ਗਿਆ ਹੈ। ਪਹਿਲਾ ਨੰਬਰ ਜਿਹੜਾ ਅਸੀਂ ਪੜ੍ਹਦੇ ਹਾਂ, the Lord's Supper, ਯਿਸੂ ਮਸੀਹ ਦੇ, ਅਸੀਂ ਜਦੋਂ ਪੰਜਾਬੀ ਦੇ ਵਿੱਚ ਅਸੀਂ ਖਾਸ ਕਰਕੇ ਬੋਲਦੇ ਹਾਂ ਸ਼ਰਾਬਾਨੀ, ਜਦੋਂ ਅਸੀਂ ਯਿਸੂ ਮਸੀਹ ਦੇ ਉਸ ਟੇਬਲ ਦੇ ਵਿੱਚ ਸਾਂਝੀ ਹੁੰਦੇ ਹਾਂ, ਜਦੋਂ ਯਿਸੂ ਮਸੀਹ ਦੇ ਅਸੀਂ ਉਸ ਪਹਿਲੇ ਕੁਰਿੰਥੀਏ ਜੋ 10 ਅਧਿਆਏ 16-17 ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਉਸ ਨੇ ਪਿਆਲਾ ਲਿਆ ਔਰ ਦਿੱਤਾ ਤਾਂ ਕਿ ਅਸੀਂ ਉਸ ਦੇ ਕੁਰਬਾਨੀ ਨੂੰ ਯਾਦ ਕਰ ਸਕੀਏ। ਫਿਰ 17 ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਉਸ ਨੇ ਰੋਟੀ ਤੋੜੀ ਔਰ ਆਪਣੇ ਚੇਲਿਆਂ ਨੂੰ ਦਿੱਤੀ ਤਾਂ ਕਿ ਅਸੀਂ ਯਿਸੂ ਮਸੀਹ ਦੀ ਯਾਦ ਦੇ ਵਿੱਚ ਉਸ ਦਿਨ ਨੂੰ ਮਨਾ ਸਕੀਏ। ਦ Lord's Supper, that also comes from the fellowship। ਉਹ ਵੀ ਜੋ ਲੋਰਡ ਸਪਰ ਹੈ, ਜੋ ਦ ਲੋਰਡਸ ਟੇਬਲ ਹੈ, ਉਹ ਵੀ ਫੈਲੋਸ਼ਿਪ ਸ਼ਬਦ ਤੋਂ ਹੀ ਇਹ ਸ਼ਬਦ ਬਣਿਆ ਹੋਇਆ ਹੈ, ਫੈਲੋਸ਼ਿਪ। ਦੂਸਰਾ ਜਿਹੜਾ ਅਸੀਂ ਰਸੂਲਾਂ ਦੀ ਕਿਤਾਬ ਉਸ ਦਾ 1 ਅਧਿਆਏ
ਉਸ ਦੀ 42 ਆਇਤ ਦੇ ਵਿੱਚੋਂ ਪੜ੍ਹਦੇ ਹਾਂ। ਸੋ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਤੁਹਾਨੂੰ ਦੱਸ ਦੇਵਾਂ। ਰਸੂਲਾਂ ਦੀ ਕਰਤੱਵ ਉਸ ਦਾ 2 ਅਧਿਆਏ ਔਰ ਉਸ ਦੀ 42 ਆਇਤ 42 ਹੈ। ਇੱਥੇ ਵੀ ਜੋ ਫੈਲੋਸ਼ਿਪ ਹੈ ਉਹ ਸ਼ਬਦ ਇਸਤੇਮਾਲ ਹੋਇਆ, ਕਿਉਂਕਿ ਯਿਸੂ ਮਸੀਹ ਅਸੀਂ ਕਲੀਸਿਆ ਦੇ ਵਿੱਚ ਇਕੱਠੇ ਹੁੰਦੇ ਹਾਂ, ਉਹਨੂੰ ਵੀ ਅਸੀਂ ਫੈਲੋਸ਼ਿਪ ਬੋਲਦੇ ਹਾਂ। ਜੇ ਅਸੀਂ ਇਕੱਠੇ ਹੋ ਕੇ ਬੈਠਦੇ ਹਾਂ ਉਹਨੂੰ ਵੀ ਅਸੀਂ ਫੈਲੋਸ਼ਿਪ ਬੋਲਦੇ ਹਾਂ। ਪਰ ਜਿਹੜਾ ਇਸ ਜਗ੍ਹਾ 'ਤੇ ਫੈਲੋਸ਼ਿਪ ਦਾ ਇਸਤੇਮਾਲ ਹੋਇਆ ਕਿਸ ਤਰ੍ਹਾਂ ਹੋਇਆ ਹੈ, ਆਈਏ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ। ਰਸੂਲਾਂ ਦੀ ਕਰਤੱਵ 2 ਅਧਿਆਏ ਉਸ ਦੀ 42 ਹੈ। ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਔਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਤੇ ਇੱਥੇ ਸੰਗਤ ਸ਼ਬਦ ਇਸਤੇਮਾਲ ਕੀਤਾ ਗਿਆ, ਸੰਗਤ, ਕਿਉਂਕਿ ਸੰਗਤ ਦੇ ਫੈਲੋਸ਼ਿਪ ਦੇ ਵਿੱਚ ਕੀ ਆ ਗਿਆ, ਸਾਰਾ ਕੁਝ ਹੀ ਆ ਗਿਆ। ਪਹਿਲਾ ਸਿੱਖਿਆ ਵੀ ਆ ਗਈ, ਦੂਸਰਾ ਪ੍ਰਾਰਥਨਾ ਕਰਨਾ ਵੀ ਆ ਗਿਆ, ਤੀਸਰਾ ਲੌਸ ਟੇਬਲ ਵੀ ਆ ਗਿਆ, ਰੋਟੀ ਤੋੜਨਾ, ਜਿਹਨੂੰ ਮੈਂ ਹੁਣੇ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ। ਇਹਨੂੰ ਮੈਂ ਅਲੱਗ-ਅਲੱਗ ਸ਼ਬਦਾਂ ਦੇ ਵਿੱਚ ਇਸ ਨੂੰ ਲਿਖਿਆ ਹੋਇਆ ਹੈ। ਪਹਿਲਾ ਜਿਹੜਾ ਅਸੀਂ ਪੜ੍ਹ ਕੇ ਹਟੇ ਹਾਂ, ਪਹਿਲਾ ਦ ਲਾਰਡ ਸਪਰ, ਜਿਹੜਾ ਪਹਿਲਾ ਕੁਰਿੰਥੀਆ ਉਸ ਦਾ 10 ਅਧਿਆਇ ਉਸ ਦੀ 16 ਤੇ 17 ਆਇਤ ਦੇ ਵਿੱਚ ਲਿਖਿਆ ਹੈ। ਦੂਸਰਾ ਜਿਹੜਾ ਹੁਣ ਅਸੀਂ ਪੜ੍ਹ ਕੇ ਹਟੇ ਹਾਂ, ਦ ਕਮਿਊਨਿਜ਼ਮ ਸ਼ਬਦ ਜੋ ਕਮਿਊਨਿਟੀ ਸ਼ਬਦ ਤੋਂ ਬਣਿਆ ਹੋਇਆ ਹੈ। ਕਮਿਊਨਿਟੀ ਸ਼ਬਦ ਕਿੱਥੋਂ ਬਣਿਆ ਹੋਇਆ ਹੈ, ਦ ਸੋਸ਼ਲ, ਅਸੀਂ ਸ਼ਬਦ ਇਸਤੇਮਾਲ ਕਰਦੇ ਹਾਂ, ਦ ਸੋਸ਼ਲ ਵਰਕਰ, ਜਿਹੜੇ ਕੰਮ ਇੱਕ ਦੂਜੇ ਦੀ ਮਦਦ ਦੇ ਨਾਲ ਹੁੰਦੇ ਹੋਣ, ਉੱਥੇ ਕਮਿਊਨਿਜ਼ਮ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜਾ ਹੁਣੇ ਅਸੀਂ ਇਸ ਰਸੂਲਾਂ ਦੇ ਕਰਤੱਵ 2 ਅਧਿਆਏ ਦੇ ਵਿੱਚੋਂ ਪੜ੍ਹ ਕੇ ਹਟੇ ਹਾਂ, ਦ ਕਮਿਊਨਿਜ਼ਮ, ਕਿਉਂਕਿ ਉੱਥੇ ਇੱਕ ਤੋਂ ਜ਼ਿਆਦਾ ਵਿਅਕਤੀ ਪ੍ਰਾਰਥਨਾ ਕਰ ਰਹੇ ਨੇ, ਇੱਕ ਤੋਂ ਜ਼ਿਆਦਾ ਵਿਅਕਤੀ ਰੋਟੀ ਤੋੜਨ ਦੇ ਵਿੱਚ ਲੱਗੇ ਰਹੇ ਨੇ, ਇੱਕ ਤੋਂ ਜ਼ਿਆਦਾ ਵਿਅਕਤੀ ਸਿੱਖਿਆ ਦੇਣ ਦੇ ਵਿੱਚ ਲੱਗੇ ਨੇ। ਕਮਿਊਨਿਟੀ, ਕਿਉਂਕਿ ਉਹ ਕਲੀਸਿਆ ਨੂੰ ਸਿਖਾ ਰਹੇ ਨੇ, ਜਾਂ ਅਸੀਂ ਇਹਨੂੰ ਬੋਲ ਸਕਦੇ ਹਾਂ ਦ ਕੰਪਨੀ ਆਫ ਬਿਲੀਵਰ, ਵਿਸ਼ਵਾਸੀਆਂ ਦੇ ਸਾਥ ਹੋਣਾ, ਵਿਸ਼ਵਾਸੀਆਂ ਦਾ ਸਾਥ ਹੋਣਾ, ਉਹਨੂੰ ਵੀ ਅਸੀਂ ਬੋਲ ਸਕਦੇ। ਦ ਥਰਡ, ਦ ਕੰਟਰੀਬਿਊਸ਼ਨ, ਇਹ ਅਸੀਂ ਪੜ੍ਹ ਕੇ ਹਟੇ ਹਾਂ ਐਕਸ ਚੈਪਟਰ ਨੰਬਰ 2 ਵਰਸ 42। ਰਸੂਲਾਂ ਦੇ ਕਰਤੱਵ 2 ਅਧਿਆਏ ਉਸ ਦੀ 42 ਆਇਤ ਦੇ ਵਿੱਚੋਂ ਅਸੀਂ ਕਮਿਊਨਿਜ਼ਮ ਪੜ੍ਹ ਕੇ ਹਟੇ ਹਾਂ। ਦ ਕੰਟਰੀਬਿਊਸ਼ਨ ਇਜ਼ ਰੋਮਨ ਚੈਪਟਰ ਨੰਬਰ 12 ਵਰਸ 13। ਰੋਮੀਆਂ ਦੀ ਪੱਤਰੀ ਉਸ ਦਾ 12 ਅਧਿਆਏ ਉਸ ਦੀ 13 ਆਇਤ ਦੇ ਵਿੱਚੋਂ ਅਸੀਂ ਪੜ੍ਹ ਲੈਂਦੇ ਹਾਂ। ਜਾਂ ਪਹਿਲਾ ਤਿਮੋਥੀਅਸ ਉਸ ਦਾ 6 ਅਧਿਆਏ 18 ਆਇਤ ਦੇ ਵਿੱਚੋਂ ਪੜ੍ਹਦੇ ਹਾਂ। ਜਾਂ ਇਬਰਾਨੀਆਂ ਦੀ ਪੱਤਰੀ ਹਿਬਰੂਜ਼ ਉਸ ਦਾ 13 ਅਧਿਆਏ 16 ਆਇਤ ਦੇ ਵਿੱਚ ਪੜ੍ਹਦੇ ਹਾਂ। ਕੰਟਰੀਬਿਊਸ਼ਨ ਹੁੰਦਾ ਹੈ ਇਕੱਠਾ ਕਰਨਾ, ਕਲੈਕਟਿਵ। ਦ ਕਲੈਕਟਿਵ ਸ਼ਬਦ ਇੰਗਲਿਸ਼ ਦੇ ਵਿੱਚ ਇਸਤੇਮਾਲ ਕੀਤਾ ਗਿਆ, ਕੰਟਰੀਬਿਊਸ਼ਨ ਸ਼ਬਦ ਉੱਥੋਂ ਹੀ ਇਸਤੇਮਾਲ ਕੀਤਾ ਗਿਆ। ਹੁਣ ਅਸੀਂ ਬਾਈਬਲ ਦੇ ਵਿੱਚੋਂ ਇਸ ਸ਼ਬਦ ਬਾਰੇ ਪੜ੍ਹ ਲਵਾਂਗੇ। ਸੋ ਆਈਏ ਅਸੀਂ ਰੋਮੀਆਂ ਦੀ ਪੱਤਰੀ ਉਸ ਦਾ 12 ਅਧਿਆਏ ਔਰ ਉਸ ਦੀ 13 ਆਇਤ ਨੂੰ ਪੜ੍ਹ ਲਵਾਂਗੇ। ਬਾਰਾਂ ਅਧਿਆਏ ਦੀ 13 ਆਇਤ। ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪ੍ਰਾਹੁਣਚਾਰੀ ਪੁੱਜ ਕੇ ਕਰੋ। ਫਿਰ ਦੁਬਾਰਾ ਤੁਹਾਨੂੰ ਪੜ੍ਹ ਕੇ ਦੱਸ ਦੇਵਾਂ। ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪ੍ਰਾਹੁਣਚਾਰੀ ਪੁੱਜ ਕੇ ਕਰੋ। ਦ ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ। ਦ ਸਾਂਝੀ ਸ਼ਬਦ ਹੈਜ਼ ਬੀਨ ਯੂਜ਼ਡ ਹੇਅਰ। ਜਿਹੜਾ ਸਾਂਝੀ ਸ਼ਬਦ ਇੱਥੇ ਇਸਤੇਮਾਲ ਕੀਤਾ ਗਿਆ ਹੈ ਉਹਨੂੰ ਅਸੀਂ ਕੰਟਰੀਬਿਊਸ਼ਨ ਇਸਤੇਮਾਲ ਕਰਦੇ ਹਾਂ, ਕਿਉਂਕਿ ਕੰਟਰੀਬਿਊਸ਼ਨ ਉਦੋਂ ਹੈ ਜਦੋਂ ਅਸੀਂ ਥੋੜਾ ਥੋੜਾ ਕਰਕੇ
कलैक्ट करते। मैं पहला भी तुहानूं दस के हटिया कलैक्ट शब्द तो कंट्रीब्यूशन शब्द बनता है कि इकट्ठा करना, थोड़ा थोड़ा करके इकट्ठा करना। कि जदों असी रसूलों के किताब 2 अध्याय के पढ़ते हैं 45 आयत, उस भी लिखा है कि कलीसिया के लोग जिन्होंने लोड़ सी वो अपना माल धन बेच के उन्होंने जरूरतों को पूरा करते सी। दैट द कॉल कंट्रीब्यूशन, उन्होंने असी कंट्रीब्यूशन बोलते हैं। क्यों? क्योंकि वो भी संगति दे विच ही है। जे संगति साडी एक दूसरे नाल है तां ही वो काम हो सकता है। जे कलीसिया दे विच काम हो रहा है वो भी संगति करके। जे कलीसिया दे विच 10 जने बैठे हुए हैं, 10 जणियां दी संगति है। प्रार्थना जे 10 जने कर रहे हैं, क्यों कर रहे हैं? क्योंकि उन्हां दी संगति है, दैट दे हैव द फेलोशिप। उस करके वो प्रार्थना कर रहे हैं सारे जने मिलके, क्योंकि उन्होंने यकीन है, क्योंकि बाइबल का यह हुक्म है। और फिर असी आ जाने द चौथा जिहड़ा असी फेलोशिप के बारे पढ़ते हैं, द कॉरपोरेशन। कॉरपोरेशन कॉरपोरेशन शब्द सिमिलर बहुत एक नोन शब्द है। मैनू हो सकता है कि तुहानूं बहुतिआं नूं पता होवे। कोऑपरेशन असी एक आम शब्द वारी भी कोऑपरेट करना, कोऑपरेट करना। तो फिलिपियन चैप्टर नंबर 1 वर्स 5, फिलिपियां दी पत्री उसका पहला अध्याय और उसकी 5 आयत नूं पढ़ लेवांगे। बहुत एक सुंदर तरीके नाल लिखिया होया। इसलिए तुसी पहले दिनों हुण तिकर खुशखबरी दे फैलाउण विच सांझी रहे हो। द सांझी शब्द पहला भी असी इस जगह दे रोमिया चैप्टर नंबर रोमिया दी पत्री उसका 12 अध्याय 13 आयत दे विच पढ़ के हटिया कि कलीसिया दे संतां दे सांझी बनो, लोड़ां दे सांझी बनो। इस जगह ते की लिखिया होया है कि तुसी मेरा खुशखबरी फैलाउण दे विच सांझी बनो। कोऑपरेट विद मी to share the God's word, cooperate with me to establish the church building, cooperate with me to establish to a great church, cooperate with me to share the God's word to the people. Cooperation, the cooperation word has used here, जेड़ा सी हुणे इस जगह तो पढ़ के हटे ना, cooperation कोऑपरेशन। सो फैलोशिप की है? फैलोशिप दे विच हुणे असी इन्हां शब्दां दे बारे ध्यान करके हटे हैं कि फैलोशिप है की है। फैलोशिप नूं असी संगति बोलते हैं, जिहड़ा पंजाबी दे विच शब्द ट्रांसलेट किया गया। ये शब्द कित्थों आया? ये शब्द ग्रीक भाषा दे विचों लिया गया और इस नूं अलग अलग तरीकिਆਂ दे नाल बाइबल दे विच नਵੇਂ नियम दे विच इस्तेमाल किया गया, जिहड़ा असी 4 तरीके हुणे असी पढ़ के हटे हैं। द ग्रीक वर्ड हैज़ यूज्ड, जिहड़ा ग्रीक यूनानी भाषा दे विच शब्द इस्तेमाल किया गया है उन्होंने असी कोइनोनिया एंड द कोइनोनियो दा शब्द फैलोशिप दे लई इस्तेमाल किया गया है। और इस दे फैलोशिप नूं अलग अलग शब्दां दे विच लिखिया गया नਵੇਂ नियम दे विच। द एक्ट इज सेम, उसका काम सारियां दा एक ही है, पर जिहड़ा लिखण दा तरीका वो थोड़ा डिफरेंट है, डिफरेंट है। पहला जिहड़ा हुणे असीं तरीका पढ़ के हटे हां, द लॉर्ड सपर, द लॉर्ड सपर, द कम्युनिज्म, कंट्रीब्यूशन, द कोऑपरेशन, द कोऑपरेशन। पर इन्हां दे काम एक ही है, शब्द अलग हो सकते हैं पर काम एक ही है, जिहड़ा असीं हुण इस समय दे विच पढ़ के हटे हां। सो जदों भी तुसीं बाइबल नूं या इस असी वीडियो नूं वेखो तो मैं चाहांगा कि तुसीं अपना कापी या पेन अपने कोल रख के बैठ के देखो, ताकि जो जो गल्लां मैं इस बोर्ड ते लिखदा ताकि तुसीं अपने कापी किताब ते लिख सको, ताकि आने वाले दिनों के विच तुसीं उन्हां नूं पढ़ के याद कर सको, ताकि जदों भी असीं अगली वीडियो दे विच आईए असीं उस परमेश्वर दियां जो हुण असीं चैप्टर नंबर 1 शुरू किया होया सो इस दे विचों असीं डिटेल दे नाल सीख के सकीए। सो प्रभु इस वीडियो के द्वारा बहुत सारी तुहानूं आशीष देवे।